ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਮਨਮੁਖ ਘਰ ਹੋਂਦੀ ਵਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿਲ ਲਾਏ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਮਨਮੁਖ ਘਰ ਹੋਂਦੀ ਵਥ ਨਾ ਜਾਣਨੀ, ਅੰਧੇ ਭੌਂਕ ਮੂਏ ਬਿਲ ਲਾਏ। ਮਹੱਲਾ ਤੀਜਾ। ਕੰਚਨ ਕਾਇਆ ਨਿਰਮਲੀ, ਜੋ ਸਚ ਨਾਮ ਸਚ ਲਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਭਰਮ ਭਉ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਇਆ, ਅਨ ਦਿਨ ਹਰ ਬੈਰਾਗੀ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਭਰਮ ਭਉ ਭਾਗੀ। ਨਾਨਕ ਗੁਰਮੁਖ ਸਦਾ ਸੁਖ ਪਾਵਹਿ, ਅਨ ਦਿਨ ਹਰ ਬੈਰਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ, ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਆਸੀਸ ਮਿਲਦੀ ਹੈ, ਇੱਕ ਵਿਚਾਰ ਮਿਲਦੀ ਹੈ ਕਿ ਅਸਾਂ ਅੱਜ ਦੇ ਸੰਦਰਭ ਦੇ ਵਿੱਚ ਆਪਣੇ ਆਪ ਨੂੰ ਕਿੱਥੇ ਪਹੁੰਚਾਉਣਾ ਹੈ। ਅਤੇ ਮਹਾਰਾਜ ਅੱਜ ਦੱਸਦੇ ਨੇ ਕਿੱਥੇ ਪਹੁੰਚਾਈਏ ਭਾਈ, ਜਿੱਥੇ ਹਰ ਆਰਾਧੀ ਹੈ ਉੱਥੇ ਕੀ ਹੁੰਦਾ ਹੈ, ਤਿੱਥੇ ਹਰ ਮਿੱਤ ਸਹਾਈ। ਉੱਥੇ ਪ੍ਰਭੂ ਜੀ ਮਦਦਗਾਰ ਹੋ ਜਾਂਦੇ ਨੇ। ਅਤੇ ਭਾਈ ਤੁਸਾਂ ਆਪਣੇ ਆਪ ਨੂੰ
ਉਸ ਮੁਕਾਮ 'ਤੇ ਲੈ ਕੇ ਜਾਣਾ ਜਿੱਥੇ ਆਰਾਧਨਾ ਹੁੰਦੀ ਹੈ। ਅਤੇ ਉਹਦੇ ਵਾਸਤੇ ਕੋਈ ਵਿਸ਼ੇਸ਼ ਥਾਂ ਨਹੀਂ। ਤੁਸੀਂ ਜਿੱਥੇ ਵੀ ਬੈਠੇ ਹੋ, ਜਿੱਥੇ ਵੀ ਵਿਚਰਦੇ ਹੋ, ਜਿਸ ਵੀ ਥਾਂ 'ਤੇ ਹੋ, ਉਸੇ ਥਾਂ 'ਤੇ ਆਰਾਧਨਾ ਕਰਦੇ ਹੋ ਅਤੇ ਕਰਤਾ ਸਹਾਈ ਹੁੰਦਾ ਹੈ। ਪ੍ਰਭੂ ਮਦਦ ਕਰਦੇ ਨੇ, ਔਰ ਉਸ ਵਾਸਤੇ ਤਾਂ ਕਿ ਪ੍ਰਭੂ ਜੀ ਸਾਡੀ ਮਦਦ ਕਰਨ, ਸਾਡੀ ਸਹਾਇਤਾ ਹੋਵੇ, ਸਾਨੂੰ ਕਰਨਾ ਪੈਣਾ ਹਰ ਧਨ ਸੰਚੀਐ। ਭਾਈ, ਹਰ ਧਨ ਸੰਚੀਐ। ਸਾਨੂੰ ਵਾਹਿਗੁਰੂ ਜੀ ਦੇ ਨਾਮ ਦਾ ਸੰਚਨ ਕਰਨਾ ਹੀ ਪੈਣਾ ਹੈ। ਜਿਵੇਂ ਅਸੀਂ ਸੰਸਾਰ ਵਿੱਚ ਕਾਮਯਾਬ ਹੋਣਾ ਹੁੰਦਾ ਹੈ ਤਾਂ ਅਸੀਂ ਰੁਪਏ ਸੰਚਨ ਕਰਦੇ ਹਾਂ। ਜਿਤਨੇ ਵੀ ਕੋਈ ਕਮਾਉਂਦਾ, ਜਿਤਨੇ ਵੀ ਕੋਈ ਜੁੜਦਾ, ਕਹਿੰਦਾ ਭਾਈ ਔਖੇ ਵੇਲੇ ਕੰਮ ਆਉਣਗੇ, ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੰਮ ਆਉਣਗੇ, ਇਸ ਕਰਕੇ ਭਾਈ ਰੁਪਏ ਇਕੱਠੇ ਕਰਦਾ। ਠੀਕ ਇਸੇ ਤਰ੍ਹਾਂ ਸੱਚੇ ਸਾਹਿਬ ਜੀ ਦੀ ਬਖਸ਼ਿਸ਼ ਦਾ ਇਨਾਮ, ਇਹ ਵੀ ਜ਼ਿੰਦਗੀ 'ਚ ਕੰਮ ਆਉਂਦਾ ਹੈ। ਬਸ ਇਹਦੇ ਦੇ ਨਾਲ ਜੋ ਆਤਮਿਕ ਸ਼ਾਂਤੀ ਹੈ, ਅਡੋਲਤਾ ਹੈ, ਪ੍ਰੇਮ ਹੈ, ਸੌਹਾਰਦ ਹੈ, ਆਨੰਦ ਹੈ, ਉਹ ਪ੍ਰਾਪਤ ਹੁੰਦਾ ਹੈ। ਬਾਹਰ ਦੀਆਂ ਵਸਤੂਆਂ ਦੇ ਨਾਲ ਸਹੂਲਤਾਂ ਮਿਲਦੀਆਂ ਨੇ, ਇਹਨਾਂ ਦੇ ਸਦਕੇ ਸੁੱਖ ਮਿਲਦਾ ਹੈ। ਸ਼ਾਇਦ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਇਹਨਾਂ ਦੋਹਾਂ ਦਾ ਸੁਮੇਲ ਕੀਤਾ ਗਿਆ ਹੈ ਕਿ ਭਾਈ ਤੁਸੀਂ ਕਿਰਤ ਕਰੋ। ਕਿਰਤ ਕਰਨ ਦੇ ਨਾਲ ਬਾਹਰ ਦਾ ਸਾਜੋ ਸਮਾਨ ਤੁਹਾਡੇ ਘਰ ਵਿੱਚ ਪੂਰਾ ਹੋਏਗਾ, ਨਾਲ ਨਾਮ ਜਪੋ ਤਾਂ ਕਿ ਉਹ ਤੋਂ ਸੁੱਖ ਮਿਲੇਗਾ, ਕਿਉਂਕਿ ਸਮਾਨ ਸਹੂਲਤ ਦਿੰਦਾ ਹੈ, ਸੁੱਖ ਨਹੀਂ। ਸੁੱਖ ਨਾ ਨਾਮ ਬਿਨ, ਇਹ ਬੜੀ ਪਿਆਰੀ ਜੀ ਤੁਕ ਹੈ ਨਾ, ਸੁੱਖ ਨਾ ਨਾਮ ਬਿਨ। ਸਮਾਨ ਤੇ ਹੈ ਪਰ ਸੁੱਖ ਨਹੀਂ ਹੈ। ਪਰ ਜੇ ਕਿਨਾਂ ਕੋ ਨਾਮ ਹੈ ਤੇ ਯਕੀਨ ਜਾਣਨਾ ਫਿਰ ਉਹਨਾਂ ਕੋ ਸੁੱਖ ਹੈ। ਸੰਭਵਤਾ ਸਹੂਲਤਾਂ ਨਹੀਂ ਹੁੰਦੀਆਂ, ਇਹ ਪੋਸੀਬਲ ਹੈ। ਬਹੁਤ ਸਾਰਿਆਂ ਪ੍ਰਭੂ ਦੇ ਪਿਆਰਿਆਂ ਦੇ ਕੋਲ ਸਾਜੋ ਸਮਾਨ ਦੀਆਂ ਸਹੂਲਤਾਂ ਨਹੀਂ ਹੁੰਦੀਆਂ, ਪਰ ਉਹਨਾਂ ਦੇ ਕੋਲ ਸੁੱਖ ਹੁੰਦਾ ਹੈ। ਸੰਸਾਰ ਦੇ ਬਹੁਤ ਸਾਰੇ ਜੀਆਂ ਦੇ ਕੋਲ ਸਹੂਲਤਾਂ ਹੁੰਦੀਆਂ ਨੇ, ਸੁੱਖ ਨਹੀਂ ਹੁੰਦਾ। ਗੁਰਸਿੱਖ ਨੇ ਦੋਨਾਂ ਚੀਜ਼ਾਂ ਨੂੰ ਵਰਤਣਾ ਹੁੰਦਾ ਹੈ। ਉਹ ਜਿਤਨੀਆਂ ਕੁ ਸੁੱਖ ਸੁਵਿਧਾਵਾਂ ਸਹੂਲਤਾਵਾਂ ਇਕੱਠੀਆਂ ਕਰ ਸਕਦਾ ਵਰਤੇ ਭਾਈ। ਤੇ ਨਾਮ ਉਹਦੇ ਪੱਲੇ ਹਿਰਦੇ 'ਚ ਹੁੰਦਾ, ਇਸ ਕਰਕੇ ਉਹ ਹਰ ਸਹੂਲਤ 'ਚੋਂ, ਹਰ ਪਰਿਸਥਿਤੀ 'ਚੋਂ ਸੁੱਖ ਮੰਨ ਲੈਂਦਾ। ਸ਼ਾਇਦ ਇਸੇ ਕਰਕੇ ਸਾਡੇ ਵਡੇਰਿਆਂ ਦਾ ਇੱਕ ਬੋਲ ਬਾਣੀ ਸ਼ਬਦ ਹੈ ਅੱਜ ਵੀ। ਮੰਨ ਲਓ ਆਪਾਂ ਲੰਗਰ 'ਚ ਬੈਠੇ ਹਾਂ ਜਾਂ ਕੋਈ ਹੋਰ ਸੱਜਣ ਮਿੱਤਰ ਕੁਝ ਖਾਣ ਪੀਣ ਲਈ ਕਹਿੰਦਾ ਹੈ, ਤੇ ਕੀ ਕਰਨਾ ਭਾਈ? ਆਨੰਦ ਹੈ। ਬੜਾ ਛੋਟਾ ਸ਼ਬਦ ਆਪਾਂ ਕੋ ਮੋੜ ਦਿੰਦਾ ਭਾਈ, ਆਨੰਦ ਹੈ। ਅਤੇ ਆਨੰਦ ਦਾ ਮਤਲਬ ਸੁੱਖ ਹੈ। ਸੁੱਖ ਹੋਏਗਾ ਤੇ ਆਨੰਦ ਹੋਏਗਾ ਨਾ। ਅਸੀਂ ਕਿੰਨਾ ਭਾਈ ਆਨੰਦ ਹੈ, ਇਹਦਾ ਮਤਲਬ ਮੈਂ ਸੁਖੀ ਹਾਂ। ਹੋ ਸਕਦਾ ਉਹਦੇ ਕੋਲ ਉਸ ਵਕਤ ਕੋਈ ਬਹੁਤ ਵੱਡੀ ਸਹੂਲਤ ਨਾ ਹੋਵੇ। ਗੁਰਦੇਵ ਕਿਰਪਾ ਕਰਨ ਸਾਨੂੰ ਇਹ ਰਹੱਸ ਸਮਝ ਆਉਂਦਾ ਜਾਏ ਕਿ ਜੋ ਵਾਹਿਗੁਰੂ ਜੀ ਕਾ ਨਾਮ ਹੈ ਨਾ, ਜਿਹਨੂੰ ਅੱਜ ਕੱਲ੍ਹ ਹਰ ਧਨ ਸੰਚੀ ਹੈ ਭਾਈ। ਮਹਾਰਾਜ ਹੈ ਕਿ ਦੁਨੀਆ ਦੇ ਵਿੱਚ ਤਾਂ ਅਸੀਂ ਰੁਪਇਆ ਇਕੱਠਾ ਕਰਦੇ ਹਾਂ, ਅਤੇ ਮਹਾਰਾਜ ਨਾਮ ਦਾ ਵੀ ਇੱਦਾਂ ਇੱਕ ਇੱਕ ਕਿਣਕਾ ਵੱਖਰਾ ਵੱਖਰਾ ਹੁੰਦਾ। ਬਸ ਇਹੀ ਤਾਂ ਇੱਕ ਭੇਦ ਹੈ ਕਿ ਨਾਮ ਵੱਖਰਾ ਵੱਖਰਾ ਨਹੀਂ ਹੈ। ਨਾਮ ਦੇ ਬਾਬਤ ਇੱਕ ਸ਼ਬਦ ਹੈ, ਕਈ ਵਾਰ ਆਪਨੇ ਸ਼ਬਦ ਪੜ੍ਹਿਆ ਹੋਵੇਗਾ। ਆਮ ਤੌਰ 'ਤੇ ਸਾਡੇ ਘਰਾਂ 'ਚ ਅੰਮ੍ਰਿਤ ਕੀਰਤਨ ਹੈਗੇ ਨੇ, ਉਹਨਾਂ ਦੇ ਵਿੱਚ ਅਕਾਲ ਉਸਤਤ ਵਿੱਚ ਦਸ਼ਮੇਸ਼ ਦੀ ਜਵਾਣੀ ਹੈ। ਅਕਾਲ ਉਸਤਤ ਦਾ ਕੀਰਤਨ ਹਾਲਾਂਕਿ ਚਲੋ ਆਮ ਤੌਰ 'ਤੇ ਘੱਟ ਹੁੰਦਾ ਹੈ। ਨਿਰਜ਼ੁਰ ਨਿਰੂਪ ਹੋ, ਨਿਰਜ਼ੁਰ ਆਪਾਂ ਪੜ੍ਹਦੇ ਨਾ ਕਦੇ ਕਦੇ ਕੋਈ ਕੀਰਤਨੀਆਂ ਠਹਿਰਾਓ 'ਚ ਆ ਕੇ ਦਸ਼ਮੇਸ਼ ਪਾਤਸ਼ਾਹ ਦੇ ਪੁਰਬਾਂ 'ਤੇ ਕੀਰਤਨ ਕਰਦੇ ਹੁੰਦੇ ਨੇ। ਨਿਰਜ਼ੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ, ਕਿ ਦਾਤਾ ਮਹਾਦਾਨ ਹੋ। ਨਿਰਜ਼ੁਰ ਜਿਹਦੇ 'ਚ ਜੋੜ ਨਹੀਂ ਹੈ। ਜਿਵੇਂ ਬਾਕੀ ਸਾਰੀਆਂ ਚੀਜ਼ਾਂ 'ਚ ਜੋੜ ਪੈਂਦਾ ਹੈ। ਅਸੀਂ ਦਰੀਆਂ, ਕਾਲੀਨ, ਚਾਦਰਾਂ, ਇੱਟ ਇਮਾਰਤਾਂ ਜੋ ਕੁਝ ਵੀ ਦੇਖਦੇ ਸਭ 'ਚ ਜੋੜ ਪਿਆ। ਪਰਮਾਤਮਾ 'ਚ ਜੋੜ ਨਹੀਂ ਹੈ। ਪ੍ਰਭੂ ਦੇ ਨਾਮ ਦੇ ਵਿੱਚ ਵੀ ਇੱਦਾਂ ਦਾ ਕੋਈ ਜੋੜ, ਅਤੇ ਜਿਹਦੇ 'ਚ ਜੋੜ ਨਹੀਂ ਹੈ ਉਹ ਜਿਤਨਾ ਵੀ ਹੋਏਗਾ ਪੂਰਾ ਹੀ ਹੋਏਗਾ। ਆ ਪਾਣੀ 'ਚ ਵੇਖਿਆ ਜੋੜ ਨਹੀਂ ਪੈਂਦਾ ਨਾ,
ਪਾਣੀ ਕਿਸੇ ਧਰਤੀ ਦਾ ਕਿਸੇ ਦੇਸ਼ ਦਾ ਹੋਵੇ, ਮਿਲਾਇਆ ਮਿਲ ਗਿਆ, ਜੋੜ ਕੋਈ ਹੈ ਹੀ ਨਹੀਂ। ਸਾਨੂੰ ਜਿੰਨੀ ਕੁ ਲੋੜ ਪਈ ਅਸੀਂ ਵਿੱਚੋਂ ਕੱਢ ਲਿਆ, ਉੱਥੇ ਵੀ ਕੋਈ ਜੋੜ ਟੁੱਟਾ ਵੀ ਨਹੀਂ ਅਤੇ ਜੁੜਿਆ ਵੀ ਨਹੀਂ। ਜੋ ਜੁੜਿਆ ਹੀ ਨਹੀਂ ਹੈ ਉਹਨੇ ਟੁੱਟਣਾ ਕੀ ਹੈ? ਜਿਹ 'ਚ ਜੋੜ ਹੀ ਕੋਈ ਨਹੀਂ, ਉਹਨੂੰ ਤੋੜ ਹੀ ਨਹੀਂ ਸਕਦਾ ਕੋਈ। ਇਸੇ ਕਰਕੇ ਤੋੜਿਆ ਉਹਨਾਂ ਨੂੰ ਜਾਂਦਾ ਹੈ ਜੋ ਜੁੜੇ ਹੁੰਦੇ ਨੇ, ਅਤੇ ਜੋ ਜੁੜੇ ਨਹੀਂ ਇੱਕ ਹੁੰਦੇ ਨੇ ਉਹਨੂੰ ਤੋੜਿਆ ਨਹੀਂ ਜਾ ਸਕਦਾ। ਅਸਾਂ ਨੇ ਪ੍ਰਭੂ ਜੀ ਦੇ ਨਾਲ ਏਕਾਕਾਰ ਹੋਣਾ ਹੈ। ਜਿੰਨੇ ਭਗਤ ਹੋਏ ਨੇ, ਗੁਰਮੁਖ ਹੋਏ ਨੇ, ਸੰਤ ਜੋ ਵੀ ਅਸੀਂ ਸ਼ਬਦ ਵਰਤ ਲੈਂਦੇ ਹੋਈਏ, ਠੀਕ ਹੈ, ਕੋਈ ਸੰਤ ਕਹਿ ਕੇ ਰਾਜੀ, ਕੋਈ ਨਹੀਂ ਰਾਜੀ, ਕੋਈ ਗੁਰਮੁਖ ਕਹਿ ਕੇ ਰਾਜੀ ਹੈ, ਕੋਈ ਭਗਤ ਕਹਿ ਲੈਂਦਾ ਹੈ, ਹੋਰ ਵੀ ਕੋਈ ਹੋ ਸਕਦਾ ਹੈ, ਕਿਸੇ ਨੂੰ ਚੰਗਾ ਸ਼ਬਦ ਲੱਗਦਾ ਵਰਤ ਲੈ ਭਾਈ। ਪਰ ਸਾਰੇ ਮੰਨਦੇ ਨੇ ਕਿ ਗੁਰਮੁਖ ਆਪਣੇ ਗੁਰੂ ਦੇ ਨਾਲ ਏਕਾਕਾਰ ਹੁੰਦੇ ਨੇ, ਜਿਹਦਾ ਸਰੂਪ ਅਸੀਂ ਦੋ ਥਾਵਾਂ 'ਤੇ ਵੱਡੇ ਪੱਧਰਾਂ 'ਤੇ ਦੇਖਦੇ ਹਾਂ। ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਅਤੇ ਦਸ਼ਮੇਸ਼ ਕੀ ਕਹਿੰਦੇ ਨੇ? ਖਾਲਸਾ ਮੇਰੋ ਰੂਪ ਹੈ ਖਾਸ, ਮੇਰਾ ਖਾਸ ਰੂਪ ਇਹੀ ਹੈ, ਕੋਈ ਭਿੰਨ ਭੇਦ ਪਛਾਣ ਵੱਖਰੀ ਨਹੀਂ ਹੈ। ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕਾਕਾਰਤਾ ਹੈ। ਅਤੇ ਜੋ ਏਕਾਕਾਰ ਹੋ ਜਾਂਦੇ ਨੇ ਉਹ ਵੱਖ ਵੱਖ ਨਹੀਂ ਹੋ ਸਕਦੇ। ਗੁਰਸਿੱਖ ਨੇ ਆਪਣੇ ਗੁਰੂ ਦੇ ਨਾਲ ਇਕਾਤਮਕਤਾ, ਇੱਕ ਹੋਣਾ, ਇਹ ਪਦਵੀ ਪ੍ਰਾਪਤ ਕਰਨੀ ਹੈ। ਇਸੇ ਦਾ ਨਾਮ ਗੁਰਮੁਖ ਅਵਸਥਾ ਹੈ। ਉਹ ਗੁਰਮੁਖ ਅਵਸਥਾ ਕੋਈ ਵੱਖਰੀ ਅਵਸਥਾ ਨਹੀਂ ਕਿ ਅਸੀਂ ਇੱਥੇ ਡਿਗਰੀਆਂ ਦੇ ਮੁਤਾਬਕ ਇੱਕ ਦੂਜੇ ਨੂੰ ਕਹਿ ਦਈਏ ਵੀ ਤੂੰ 2 ਸਾਲ ਲਗਾ ਲਾ, ਪੜ੍ਹ ਲਾ ਅਤੇ ਤੂੰ ਗੁਰਮੁਖ ਬਣ ਜਾਏਗਾ, ਤੂੰ 2-3 ਸਾਲ ਹੋਰ ਪੜ੍ਹ ਲਏਗਾ ਅਤੇ ਤੈਨੂੰ ਬ੍ਰਹਮ ਗਿਆਨੀ ਡਿਗਰੀ ਦੇ ਦਿਆਂਗੇ, ਤੂੰ ਭਾਈ 6 ਮਹੀਨੇ ਲਗਾਏਗਾ ਤੈਨੂੰ ਸਿੱਖ ਦੀ ਡਿਗਰੀ ਦਿਆਂਗੇ, ਤੂੰ ਸਾਲ ਭਰ ਸਾਡੇ ਕੋਲ ਰਹੇਗਾ ਅਤੇ ਤੈਨੂੰ ਗੁਰਸਿੱਖ ਦਾ ਸਰਟੀਫਿਕੇਟ। ਇਹ ਕੋਈ ਸਰਟੀਫਿਕੇਟ ਵਾਲੀ ਡਿਗਰੀਆਂ ਥੋੜ੍ਹਾ ਨੇ। ਗੁਰਮੁਖ ਏਕਾਕਾਰ ਹੈ। ਗੁਰੂ ਅਤੇ ਫਿਰ ਸਿੱਖ ਦਾ ਭੇਤ ਮਿਟ ਜਾਂਦਾ। ਜਿੱਥੇ ਸਿੱਖ ਹੁੰਦਾ ਹੈ ਉੱਥੇ ਗੁਰੂ ਹੁੰਦਾ ਹੈ, ਅਤੇ ਚੇਤਨਾ ਜਿੱਥੇ ਗੁਰੂ ਹੁੰਦਾ ਹੈ ਉੱਥੇ ਸਿੱਖ ਵੀ ਹੁੰਦਾ ਹੈ। ਅਸਾਂ ਨੇ ਇਸ ਅਵਸਥਾਵਾਂ ਨੂੰ ਇੱਥੇ ਅਸਾਂ ਪਹੁੰਚਣਾ, ਕਹਿੰਦਾ ਜਿੱਥੇ ਉਹ, ਜਿੱਥੇ ਦਾ ਮਤਲਬ ਇੱਥੇ, ਇਸ ਅਵਸਥਾ 'ਤੇ ਅਸੀਂ ਇਸ ਅਵਸਥਾ ਨੂੰ ਮੰਨਣਾ। ਉਹ ਨਾਮ ਜਿਹਦੇ ਸੰਚਨ ਦਾ ਮਹਾਰਾਜ ਕਹਿੰਦੇ ਨੇ, ਉਹ ਨਾਮ ਕੀ ਹੈ? ਫਿਰ ਅੱਜ ਮਹਾਰਾਜ ਇਹਨਾਂ 2 ਸ਼ਲੋਕਾਂ ਦੇ ਰਾਹੀਂ ਉਹ ਅਵਸਥਾਵਾਂ ਦਾ ਵਰਣਨ ਕਰਦੇ ਨੇ ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਮਿਲਦੀ ਹੈ। ਫਿਰ ਉਹਨਾਂ ਦਾ ਸਰੂਪ ਦਰਸ਼ਨ ਕੈਸਾ ਹੋ ਸਕਦਾ ਹੈ? ਮਹਾਰਾਜ ਕਹਿਣ ਲੱਗੇ, ਸ਼ਲੋਕ ਮਹਿਲਾ 3 ਦਾ ਬਚਨ ਹੈ। ਸਮਾਂ ਹੋਵੇ ਕਦੇ ਬੈਠ ਕੇ ਪੜ੍ਹਨਾ 590 ਅੰਕ 'ਤੇ ਵਡਹੰਸ ਕੀ ਵਾਰ ਦਾ ਇਹ 12ਵੀਂ ਪੌੜੀ ਦੇ ਨਾਲ ਦੇ ਸ਼ਲੋਕ ਆਰੰਭ ਹੁੰਦੇ ਨੇ। ਨਾਨਕ ਨਾਮ ਨਿਧਾਨ ਹੈ। ਇਹ ਹੋਰ ਵੀ 2-3 ਥਾਂ 'ਤੇ ਸ਼ਬਦ ਜੁਟ ਇਕੱਠਾ ਹੁੰਦਾ। ਨਾਨਕ ਨਾਮ ਨਿਧਾਨ ਹੈ। ਇਹ ਭਾਈ ਨਾਮ ਖਜ਼ਾਨਾ ਹੈ। ਜਦੋਂ ਅਸੀਂ ਇਸ ਤਰ੍ਹਾਂ ਸੰਬੋਧਨਵਾਚਕ ਨਾਮ ਮਹਾਰਾਜਾ ਪੜ੍ਹਦੇ ਨਾਨਕ, ਅਤੇ ਠੀਕ ਹੈ ਟੀਕਾਕਾਰੀ ਵਾਲੇ ਅਰਥ ਕਰਦੇ ਨੇ, ਪਰ ਅਸੀਂ ਉੱਦਾਂ ਨਹੀਂ ਬੋਲ ਸਕਦੇ ਨਾ। ਅਸੀਂ ਗੁਰੂ ਪਾਤਸ਼ਾਹ ਨੂੰ ਸੰਬੋਧਨ ਥੋੜ੍ਹਾ ਕਰਨਾ, ਉਹਨਾਂ ਨੇ ਆਪਣਾ ਨਾਂ ਲੈ ਲਿਆ। ਅਸਾਂ ਤਾਂ ਜਾਂ ਆਪਣੇ ਆਪ ਨੂੰ ਕਹਿਣਾ ਜਾਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਭਾਈ ਗੱਲ ਸੁਣ। ਇੰਨਾ ਕੁ ਤਾਂ ਸਾਨੂੰ ਹੱਕ ਹੁੰਦਾ ਪਈ ਆਪਣੇ ਤੋਂ ਛੋਟੇ ਵੱਡੇ ਨੂੰ ਕਹਿ ਦੀ ਭਾਈ ਗੱਲ ਸੁਣੋ। ਸਾਡੇ ਕੋਲ ਇੰਨਾ ਹੀ ਹੱਕ ਹੈ। ਅਸੀਂ ਗੁਰੂ ਪਾਤਸ਼ਾਹ ਦੇ ਬਚਨ ਸਾਂਝਾ ਕਰਨਾ ਹੈ, ਪਰ ਮਹਾਰਾਜ ਦੇ ਨਾਵਾਂ ਨੂੰ ਵਰਤਣ ਦਾ ਹੱਕ ਸਾਨੂੰ ਕਿੱਥੇ? ਅਸੀਂ ਤਾਂ ਕਹਾਂਗੇ ਭਾਈ ਵਾਹਿਗੁਰੂ ਜੀ ਦਾ ਜੋ ਨਾਮ ਹੈ ਨਾ, ਗੁਰੂ ਸਾਹਿਬ ਦੱਸਦੇ ਨੇ ਕਿ ਨਾਮ ਖਜ਼ਾਨਾ ਹੈ। ਨਾਨਕ ਨਾਮ ਨਿਧਾਨ ਹੈ, ਨਾਮ ਖਜ਼ਾਨਾ ਹੈ। ਮਹਾਰਾਜ ਕਿੱਥੋਂ ਮਿਲਦਾ ਹੈ? ਇਹ ਖਜ਼ਾਨਾ ਕਿਸ ਤਰ੍ਹਾਂ ਦਾ ਹੈ? ਇਸ ਖਜ਼ਾਨੇ ਦੇ ਨਾਲ ਸਾਂਝ ਕਿਵੇਂ ਪੈਦਾ ਹੁੰਦੀ? ਆ ਸਾਡੀ ਦੁਨੀਆ ਦੇ ਵੱਡੇ ਬੈਂਕਾਂ ਦੇ ਨਾਲ ਸਾਂਝ ਹੈ। ਸਾਨੂੰ ਪਤਾ ਲੱਗੇ ਅਤੇ ਭਾਵੇਂ ਨਾ ਪਤਾ ਲੱਗੇ, ਜਿਸ ਦੀ ਜੇਬ 'ਚ ਰੁਪਇਆ ਹੈ ਨਾ, ਉਹਦੀ ਆਪਣੀ ਸਰਕਾਰ ਦੇ ਵੱਡੇ ਬੈਂਕ ਨਾਲ ਸਾਂਝ ਹੈ। ਜਿਵੇਂ ਅਸੀਂ ਮੰਨ ਲਈਏ ਕਿ ਸਾਡੇ ਦੇਸ਼ ਦਾ ਵੱਡਾ ਬੈਂਕ ਸੀ ਕਿ ਨਾ, ਕਿ ਸਾਡਾ ਹਿੰਦੁਸਤਾਨ ਦਾ ਕੋਈ ਵੱਡਾ ਬੈਂਕ ਹੋਵੇਗਾ, ਆਪਾਂ ਰਿਜ਼ਰਵ ਬੈਂਕ ਕਹਿ ਦਿੰਦੇ ਹਾਂ। ਸਾਡੀ ਜੇਬ 'ਚ 1 ਹੀ ਰੁਪਇਆ ਹੈ, ਪਰ ਸਾਡੀ ਉਸ ਬੈਂਕ ਨਾਲ ਸਾਂਝ ਹੈ, ਕਿਉਂਕਿ ਉਸ ਬੈਂਕ ਦੀ ਮੋਹਰ ਲੱਗਾ ਹੋਇਆ ਸਿੱਕਾ ਸਾਡੇ ਕੋਲ ਪ੍ਰਾਪਤ ਹੈ, ਔਰ ਉਸ ਬੈਂਕ ਦੀ ਗਰੰਟੀ ਹੈ ਕਿ ਉਸ ਸਿੱਕੇ ਦੇ ਮੁਤਾਬਕ ਸਾਨੂੰ ਬਾਜ਼ਾਰ 'ਚੋਂ ਸਾਮਾਨ ਮਿਲੇਗਾ।
वो साड़ी प्राप्ति है, वो असी कमाया है। और इस बाजार में जाके सानू कोई मना नहीं कर सकता भी इस रुपए के बदले मैं तेन कुछ नहीं, कितना देगा वो अलग बात है, वो मोल तोल होएगा। ठीक है, 1 रुपया साड़ी जेब च है, असीं 1 रुपए का सोना खरीदन जावांगे, अगला कहेगा नहीं मिलता। पर जे असीं अड़ जाइए भी नहीं, मैनू तोल मोल करके 1 रुपए के बराबर सोना दे, तो कहेगा हाँ दे देंगा, पर तुम दिसेगा नहीं, कोई किनका छोटा किनका होएगा कि तू लैके किवें जाएगा, तली ते धर देंगा। वो ठीक है, अपने माइक्रो के मुताबिक गिणती मिणती कर देगा, इन्ना तेन सोना मिल जाएगा, मना नहीं कर सकता, क्योंकि गारंटी है साड़ी उस वड्डे बैंक नाल सांझ है। तो ठीक है, जे असीं मिट्टी खरीदन जावांगे, कोले खरीदन जावांगे, 1 रुपए च बहुत कुछ मिल सकता है। इसे तरह वाहिगुरू जी के नाम असां एक बार वाहिगुरू कहा, साड़ी सांझ वाहिगुरू जी के खजाने नाल बन गई। सानू कितना मिलेगा, जितना साड़ी कीमत है। बस ये बड़ा सौखा जिहा गणित है। बाजार सानू उतना ही सामान खरीद पाउने आ जितने साडे कोल कीमत अदा करने की समर्था होती है। तो संसार दे विचों सुख भी असीं उतना ही मान रहे हाँ जितनी कीमत अदा करने की साड़ी समर्था है। बेशक असीं एक दूजे ले सुख नूं वेख के सड़दे हाँ भी लै फलाना तो जपदा नहीं गा, तद भी कोई बड़ा सुख भाई उन्हें जपिया, वो कीमत अदा कर बैठा है, हुण भोग रहे है। असां कीमत अदा नहीं की, असीं नहीं भोग पा रहे। हुण असीं आले दुआले कई बार लोग अद्धा जा ज्ञान चौनी दिन 2 किताबां पढ़ लिया, फलाने किहड़े नाम जपदे ने, कदे मत्था टेकण नहीं आए, लखपति ने, राजे बन बैठे ने, उत्ते साजिशां करदे ने, उत्ते आह करदे ने। वो भाई उन्होंने कई जन्म लाए ने बंदगियां करदे, उन्होंने संचन इन्ना ज़्यादा कर लिया, हुण खा रहे ने, भोग रहे ने। ठीक है कि हुण नहीं जप रहे, सानूं लगदा हुण उन्होंने पल्ले लगदा नहीं, पर पल्ले बहुत है, तां ही तो राजे ने। उन्होंने पल्ले हैगा ना, तां ही राजे ने। साडे पल्ले नहीं है, तां ही असीं तुरे फिरदे हैं सड़कों ते, जो किसी कीमत चुकाण जो कि कमाई उतनी साडे को नहीं है। याद रखना, ये अध्यात्मक का भी एक बाजार है। मैं नहीं कहता, महाराज का अपना बचन अगे जाके राग सूही दे बचन श्री मुखवाक च मिल च पढ़ना पवेगा। जेते जी तेते वणजारे, खुले हट होआ व्यापार। इत्थे व्यापार होंदा है, सन तां ही वणजारे कहा जाता भाई, इत्थे ते बाजार है, किन्ना कमा लोगे उन्हें सुख भोग लोगे। दुनिया दे कोई जितनी मेहनत कर लैंदा है, धन कमा लैंदा, उतने सुख लै लैंदा है। अध्यात्मक मंडल विच भी साडी पहुँच उन्नी है जितनी साडी कमाई है, उन्ना ही साडे को सुख है। पुराने बजुर्गों का मुहावरा ही सही याद होगा, तपों राज ते राजों नरक। तप तपस्या कीती ते राज मिलिया। हुण असीं देखते हैं बहुत लोगों को, देखो जो जपदे नहीं कि बंदगी नहीं करते, तो नतीजा की है फिर आने वाले समय जदों उन्हां दा वो संचन खत्म हो जाएगा तो फिर सड़क ते आ जाएंगे। आध्यात्मिक दर्शन करने वाले जिहड़े इस प्रकार के ज्ञानी कई बार गल्लां करते हैं, तुसां वेखिया होना है लगभग हर गुरुद्वारा साहिबान, मंदिर दे, मसीतां दे या धार्मिक स्थल किसी भी दा होवे, सड़कों के सामने लाइनां लगदियां ने, भिखारी बैठे होंदे ने। ये भिखारी कौन ने भला? असीं इन्हां दी जात देश का के परंत कई गल्लां वाधे घाटे करते हैं। ये उही ने जदों इन्हां दे कोल बहुत धन सी ते इन्हां वल उंगलां उठा उठा के तर्क टिप्पणी लै, इत्थे की रखिया है, इत्थे की रखिया है। आ कमले ने सवेरे सवेरे उठ के आ जाते हैं। फिर जदों फिर वक्त आउंदा है, फिर जिन्हों कहिंदे सन इत्थे की रखिया है, ਉਹਦੇ दरवाजे ते बैठे हुंदे ने ते ਉਹੋ ਜਿਹੇ कमले फिर तुरे आउंदे हुंदे ने। ਉਹਨੂੰ फिर कहंदे ने बाबे दे नां ते रुपया दे दे ना, गुरु दे नां ते दे दे ना, वाहिगुरू दे नां ते दे दे ना, कोई देवी दे नां ते दे दे ना, कोई अल्लाह दे नां ते दे ना। फिर पता लगदा भी नहीं इत्थे अंदर ही कुछ हैगा है, तां ही ते तुरे जांदे ने, क्योंकि अंदर एक खजाना है। बेशक सानू उहदे बारे ज्ञान नहीं है, पर साडे वडेरियां ने यह गल साडे अंदर पा दित्ती कि बेटा इत्थे आओगे तो खजाने च कुछ मिलेगा। असी अवचेतन पक्ष दे नाल ही, जिन्हों आप शरधा कह दें, प्यार कह दें, इत्थे आ जाईदा,
कुछ ना कुछ लैके ही जाईदा ने इस खजाने चों। एक खजाना है जिहड़ा जिन्हों सांझ गुर सांझी, जिहड़े गुरु के सांझी हो जाते ने उन्होंने गुरु अपने को बिठा लेंदे। कल असीं बड़ा प्यारा बचन पढ़ रहे सां, गुरु के खजाने नूं किवें दर्शाया महाराज ने। क्योंकि असीं मोटी बुढ़ी बुद्धि के मालक हाँ, तो हुण तो चलो थोड़ा जिहा कारपोरेट का सिस्टम होर बदल गए ने व्यापार दे। नहीं तो जदों महाराज ने ये 400-500 साल पहले, बल्कि 550 साल तो ये बाणी की रचना रची है, उदों बहुता लोगों को ही पता सी भी जिहदे अनाज का ढेर वड्डा ना, वो बहुता रजवाड़ा राजा है। तो पुराना पंजाबी के शब्द बोहल कहिंदे सी उहनूं, जिथे कणकां गाह लैणियां मान लो तो ढेर ला लेने दाणे दे बोड़ लग गए जी। असीं आ वेखे लोगों के छत जिन्ने उच्चे ढेर कणकां दे बोड़ लगे होने, कहना बल्ले बल्ले फलाने दे बड़ी फसल इस बार हुई, तो जितनी फसल हुई उतना अमीर है। गुरु की है, कहने कि सतगुरु बोहल हरे नाम का। गुरु की गुरु ढेर है, खजाना है नाम का। हुण उस खत्ते बोड़ दे विच लखां दाणे होणगे ना। जदों कल्पना करिए आपां कदे मंडियां 'च जाके देखिए, जिथे सैकड़ियां बोरी अनाज होवे तो खुला एक वड्डा ढेर ला दईए, किन्ना उच्चा, साडे शायद मकाना जिन्ना उच्चे ढेर लग जाते हैं। हुण उतने वड्डे ढेर दे विच कितने दाणे होणगे, गिणती करनी औखी है। पर जे एक दाना भी मिल जाए तो कहते ने चिड़ियां दा ढिड भर जाता। कह लगे इस तरह गुरु करते दे घर इन्ना वड्डा नाम दा बोहल है कि उहदे विचों सानू एक किणका भी किसी नूं मिल जाए तो असीं ते उहदी भी महिमा बयान नहीं कर सकते। किनका एक जिस जी बसावै ताकि महिमा गणी नहीं जाए। मानो उस कीड़ी नूं, एक छोटी जी नूं एक दाना कणक का मिल गया तो कीड़ी के कद तो 50 गुणा वड्डा है। जितना चਿਰ मर्जी कीड़ी बैठ के खाती रहे, ਉਹਦਾ ਕਿਹੜਾ मुक चलिया। एक किणका, एक दाना कीड़ी वास्ते बहुत वड्डी चीज़ है। साढ़े वास्ते वाहिगुरू जी के नाम का किनका मात्र भी बहुत वड्डी शै है। पर एक किनका प्राप्त करने वास्ते भी सानू किते ते पहुँचना पैना है ना, किते ते। जिवें वो कीड़ी नूं चल के उस दाणे के ढेर ते जाना पैना है, इवें ही सानू भी किते चल के जाना पैना जिथे ये नाम खजाना मिलता है। पर फर्क लिखना, ये शारीरिक अवस्था नहीं गा भी असीं इत्थों 10वीं लैन चले गए उत्थे मिलता है, 10वीं लैन चले गए उत्थे मिलता है, जां सानू किसी दस्ता पहाड़ ते चढ़ जाओ उत्थे मिलता है। ना भाई, कित्थे मिलता है? जिथे तुसीं हैगे हो उत्थे ही मिलता है। बस यही दा रहस्य है कि जिथे असीं हैगे हाँ उत्थे ही मिलता है। तो सानू शरीर दीयां हद्दां तो थोड़ा जा अगे देखना पैंदा है। जिहड़ा महाराज जिथा है हर आराधी है, जिथे प्रभु की आराधना होंदी है, वो किहड़ा थां है? जमीनी थां थोड़ा गल करते हैं, जिथे भी आराधना होंदी है। तो आराधना कित्थे करी दी? चेतन आराधना हिरदे विच होंदी जे, जमीन ते नहीं होंदी। ठीक है, आपां बैठे हाँ जमीनी हकीकत विच, पर जमीन ते बैठे हुए भी असीं जाणदे हाँ भी जे असीं हिरदे दे मुकाम तक इत्थे पहुँच नहीं बना पा रहे तो फिर आराधना साडे तो नहीं हो रही। ठीक है, आए हाँ, बैठे हाँ, सुनते हाँ, सुणाते हाँ, लंघ जावांगे, चले जावांगे। महाराज ही सानू गल्लां भेत खोलते ने। और ये नाम का खजाना हिरदे तल ते मिलता है, दिमाग के तल ते नहीं मिलता, बुद्धि के तल ते नहीं मिलता। इसे करके ये मत बुद्धां करते ने। वैसे तो ठीक है, ये भी वखरी ये पढ़नी पैंदी है, ये सब सीखिया जा सकता है, पर नाम नहीं सीखिया जा सकता ना। नानक नाम निधान है। बाबा किवें प्राप्त करिए? कहने लगे गुरमुख पाया जाए। गुरमुख अवस्था बहुत विशाल है। टीकाकार इहदा अर्थ करते हैं गुरु दे राही। टीकाकारी जो अर्थ है गुरु दे राही। गुरु दे राही किवें? गुरु दे राही का मुकाम विशाल है। जिवें विद्या असां अध्यापक दे राही प्राप्त करते हैं, तो देखिया होना ना, जो पहले दिन बच्चा स्कूल विच जांदा है, अजे उन्होंने किताब के बारे, कापी के बारे, पेंसिल बारे, विद्या बारे कुछ भी पता नहीं, पर अज भी वो पहले दिन ही अपने अध्यापक नाल जुड़ गया है, उसका नाम विद्यार्थी बन गया है। तो जिस दिन वो मास्टर की डिग्री लैन जाता है, आपने जिन्होंने वड्डियां डिग्रियां प्राप्त कीतियां, आपको पता होगा
ਜਦੋਂ ਆਪ ਐਮ ਏ ਦੇ ਜਾਂ ਮਾਸਟਰ ਡਿਗਰੀ ਦੇ ਐਗਜ਼ਾਮੀਨੇਸ਼ਨ ਦੇ ਕੇ ਬਾਹਰ ਆਉਂਦੇ ਹੋ ਅਤੇ ਡਿਗਰੀ ਲੈਣ ਜਾਂਦੇ ਹੋ, ਅੱਜ ਜੀ ਡਿਗਰੀ ਦੀ ਵੰਡ ਹੋਣੀ ਹੈ, ਉਦੋਂ ਵੀ ਤੁਹਾਨੂੰ ਕੀ ਕਹਿ ਕੇ ਬੋਲਾਂ, ਸਾਡੇ ਸਟੂਡੈਂਟ ਨੇ ਭਾਈ, ਤੁਸੀਂ ਪਾਸ ਕਰ ਚੁੱਕੇ ਹੋ, ਪਾਸ ਆਊਟ ਹੋ, ਸਰਟੀਫਿਕੇਟ ਤੁਹਾਡੇ ਹੱਥ ਵਿੱਚ ਹੈ, ਹੁਣ ਤੁਸੀਂ ਡਿਗਰੀ ਲੈਣ ਚੱਲੇ ਹੋ ਅਤੇ ਉੱਥੋਂ ਅਨਾਊਂਸਮੈਂਟ ਕੀ ਹੁੰਦਾ ਹੈ, ਸਾਡੇ ਫਲਾਣੇ ਫਲਾਣੇ ਸਕੂਲ ਦਾ, ਕਾਲਜ ਦਾ, ਯੂਨੀਵਰਸਿਟੀ ਦਾ ਸਟੂਡੈਂਟ ਫਲਾਣਾ। ਤੁਸੀਂ ਸਟੂਡੈਂਟ ਅੱਜ ਤੱਕ ਸਟੂਡੈਂਟ ਹੋ, ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਿੱਚ ਹੁਣ ਤੁਸੀਂ ਸਟੂਡੈਂਟ ਨਹੀਂ ਹੋ, ਹੁਣ ਤੁਸੀਂ ਮਾਸਟਰ ਹੋ। ਠੀਕ ਇਸੇ ਤਰ੍ਹਾਂ ਜਿਸ ਦਿਨ ਅਸਾਂ ਪਹਿਲੇ ਦਿਨ ਇੱਥੇ ਆ ਕੇ ਮੱਥਾ ਟੇਕਿਆ, ਅਸੀਂ ਉਦੋਂ ਹੀ ਸਿੱਖ ਹਾਂ, ਅਤੇ ਜਦੋਂ ਤੱਕ ਆਖਰੀ ਸਾਡਾ ਦਮ ਨਿਕਲੇਗਾ ਅਸੀਂ ਸਿੱਖ ਹੀ ਰਹਿਣਾ। ਅਤੇ ਯਾਦ ਰੱਖਣਾ, ਉਦੋਂ ਤੱਕ ਹੀ ਗੁਰਮੁਖ ਨਾਲ ਸਾਡੇ ਗੁਰਮੁਖਤਾ ਵਰਤਦੀ ਰਹੇਗੀ। ਜਿਵੇਂ ਵਿਦਿਆਰਥੀ ਦੇ ਨਾਲ ਵਿਦਿਆ ਦਾ ਸਰਕਲ ਆਦਰਸ਼ ਮੰਡਲ 'ਚ ਹੀ ਵਰਤਦਾ ਰਹੇਗਾ, ਕਿਤਾਬਾਂ ਉਹਦੀਆਂ ਬਦਲਦੀਆਂ ਰਹਿਣਗੀਆਂ, ਵਰਦੀਆਂ ਉਹਦੀਆਂ ਬਦਲਦੀਆਂ ਰਹਿਣਗੀਆਂ, ਸਕੂਲ ਉਹਦੇ ਬਦਲਦੇ ਰਹਿਣਗੇ, ਕਾਲਜਸ ਬਦਲਦੇ ਰਹਿਣਗੇ, ਕੋਰਸਿਸ ਬਦਲਦੇ ਰਹਿਣਗੇ, ਪਰ ਵਿਦਿਆ ਤਾਂ ਨਹੀਂ ਬਦਲੇਗੀ ਨਾ। ਜੋ 2 ਜਮ੍ਹਾਂ 2 4 ਨੂੰ ਪਹਿਲੇ ਦਿਨ ਸਿਖਾਇਆ ਗਿਆ, ਉਹ ਮਾਸਟਰ ਡਿਗਰੀ ਵਾਲੇ ਦਿਨ ਵੀ 2 ਤੇ 2 4 ਹੀ ਰਹਿਣਾ, ਇਹ ਤਾਂ ਨਹੀਂ ਬਦਲੇਗਾ ਨਾ। ਇਸੇ ਤਰ੍ਹਾਂ ਸਾਨੂੰ ਪਹਿਲੇ ਦਿਨ ਇੱਕ ਓਅੰਕਾਰ ਦੱਸਿਆ ਗਿਆ ਹੈ ਅਤੇ ਆਖਰੀ ਸਵਾਸ ਤੱਕ ਇੱਕ ਓਅੰਕਾਰ ਹੀ ਰਹਿਣਾ, ਉਹ ਨਹੀਂ ਬਦਲੇਗਾ ਭਾਈ। ਇਹੀ ਸਭ ਕੁਝ ਗੁਰਮੁਖਤਾ ਹੈ, ਗੁਰੂ ਦੀ ਰਾਹੀਂ ਵਰਤਣਾ ਹੈ। ਅਸੀਂ ਕਿਸ ਪੜਾਵ 'ਤੇ ਹਾਂ, ਕਿਸ ਮੁਕਾਮ 'ਤੇ ਹਾਂ, ਇਹ ਸਾਡੇ ਅਲੱਗ-ਅਲੱਗ ਨੇ। ਜਿਵੇਂ ਭਾਈ ਕੋਈ ਪਹਿਲੀ ਪ੍ਰੈਪ 'ਚ, ਕੋਈ NCKG 'ਚ, ਕੋਈ ਪਹਿਲੀ, ਦੂਜੀ, ਚੌਥੀ, ਪੰਜਵੀਂ, 7ਵੀਂ ਜਮਾਤਾਂ 'ਚ ਕਿੱਥੇ ਕਿੱਥੇ ਕੋ ਬੈਠਾ ਹੈ, ਅਲੱਗ-ਅਲੱਗ ਕੋਰਸ ਨੇ। ਕੋਈ ਭਾਈ ਕੀਰਤਨ ਕਰਦਾ ਹੈ, ਕੋਈ ਕਥਾ ਕਰਦਾ ਹੈ, ਕੋਈ ਸੁਣਦਾ ਹੈ, ਕੋਈ ਕਹਿੰਦਾ ਨਹੀਂ ਜੀ ਸਾਨੂੰ ਤਾਂ ਕੀਰਤਨ 'ਚ ਆਨੰਦ ਆਉਂਦਾ ਹੈ, ਸਾਨੂੰ ਕਥਾ 'ਚ ਨਹੀਂ ਹੈ, ਕੋਈ ਗੱਲ ਨਹੀਂ ਭਾਈ। ਕੋਈ ਕਹਿੰਦਾ ਨਹੀਂ ਜੀ ਅਸੀਂ ਤਾਂ ਫਿਲਾਸਫਿਕਲ ਕਥਾ ਸੁਣਦੇ ਹਾਂ, ਕੋਈ ਕਹਿੰਦਾ ਨਹੀਂ ਜੀ ਅਸੀਂ ਤਾਂ ਸਾਖੀ ਸੁਣਨੀ ਹੈ। ਅਲੱਗ-ਅਲੱਗ ਕੋਰਸ ਨੇ ਤੁਹਾਡੇ, ਟੇਸਟ ਹੈ ਆਪੋ ਆਪਣਾ। ਅਸੀਂ ਇਹਨੂੰ ਟੇਸਟ ਕਹਿ ਦਿੰਦੇ ਹਾਂ, ਚੰਗਾ ਅਤੇ ਮੰਦਾ ਕਹੀ ਜਾਣੇ, ਇਹਨਾਂ 'ਚ ਕੋਈ ਚੰਗਾ ਅਤੇ ਕੋਈ ਮੰਦਾ ਨਹੀਂ ਗਾ। ਬਸ ਪ੍ਰੇਮ ਦੇ ਨਾਲ ਕੀ ਕਰਦਾ, ਕੀ ਆਪਣੇ ਖੇਤੇ ਵਿੱਚੋਂ ਪ੍ਰੇਮ ਦੇ ਨਾਲ, ਸ਼ਿੱਦਤ ਦੇ ਨਾਲ ਕਰ ਰਿਹਾ ਅਤੇ ਠੀਕ ਹੈ। ਆਖਿਰ ਸਾਰਿਆਂ ਨੇ ਮਾਸਟਰ ਬਣ ਜਾਣਾ ਹੈ, ਸਾਰਿਆਂ ਗੁਰਮੁਖ ਹੋਰ ਨਿਬੜਨਾ ਹੈ। ਗੁਰਮੁਖ ਦਾ ਮਤਲਬ ਹੈ ਤੁਸੀਂ ਅਸਾਂ ਸਾਰਿਆਂ ਨੇ ਇੱਕ ਦਿਨ ਗੁਰਮੁਖ ਬਣਨਾ ਹੈ, ਨਹੀਂ ਅਸਾਂ ਗੁਰੂ ਬਣ ਜਾਣਾ ਹੈ। ਗੱਲ ਥੋੜ੍ਹੀ ਵੱਡੀ ਹੈ। ਅਸਾਂ ਇਸ ਰਾਹ 'ਤੇ ਤੁਰੇ ਆਉਂਦੇ ਹੋਏ ਸਿੱਖ ਨੇ, ਗੁਰਸਿੱਖ ਗੁਰਮੁਖ ਬਣਦੇ ਬਣਦੇ ਇੱਕ ਦਿਨ ਆਉਣਾ ਅਸਾਂ ਸਾਰਿਆਂ ਗੁਰੂ ਬਣਨਾ ਹੈ। ਪਰ ਪੂਜਾ ਪੁਜਾਉਣ ਵਾਲੇ ਗੁਰੂ ਨਹੀਂ ਬਣਨਾ ਸੀ। ਅਸੀਂ ਉੱਦਾਂ ਦੇ ਗੁਰੂ ਬਣਨਾ ਜਿਵੇਂ ਛੋਟੀ ਜਿਹੀ ਬੂੰਦ ਸਾਗਰ 'ਚ ਮਿਲ ਜਾਂਦੀ ਹੈ ਅਤੇ ਸਾਗਰ ਹੀ ਬਣ ਜਾਂਦੀ ਹੈ। ਨਾਨਕ, ਬੜਾ ਪਿਆਰਾ ਬਚਨ ਹੈ, ਕਦੇ ਪੜ੍ਹਨਾ। ਨਾਨਕ ਗੁਰ ਤੇ ਗੁਰ ਹੋਇਆ, ਗੁਰੂ ਨਾ ਮਿਲਿਆ ਗੁਰੂ ਹੀ ਹੋ ਗਿਆ। ਜਿਵੇਂ ਨਿੱਕਾ ਜਿਹਾ ਕੋਲਾ ਅੱਗ ਵਿੱਚ ਮਿਲਿਆ, ਅੱਗ ਹੀ ਹੋ ਗਿਆ। ਜਿੰਨਾ ਚਿਰ ਉਹ ਕੋਲਾ ਅੱਗ ਤੋਂ ਬਾਹਰ ਹੈ, ਉਹਨਾਂ ਚਿਰ ਕੋਲਾ ਹੋਏਗਾ। ਪਰ ਅੱਗ ਵਿੱਚ ਮਿਲਣ ਤੋਂ ਬਾਅਦ ਹੁਣ ਕੋਇਲਾ ਨਹੀਂ, ਹੁਣ ਅੰਗਾਰ ਹੈ, ਹੁਣ ਅੱਗ ਦਾ ਰੂਪ ਹੈ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸੈ ਕੀ ਰਜ਼ਾਏ। ਕਹਿਣ ਲੱਗੇ ਇਹ ਗੁਰਮੁਖ ਤੇ ਅਵਸਥਾ ਹੈ, ਇੱਕ ਗੁਰਮੁਖ ਬਹੁਤ ਵੱਡੀ ਲੇਅਰ ਹੈ, ਗੁਰਮੁਖ ਇੱਕ ਵੱਡੀ ਅਵਸਥਾ ਹੈ। ਇਹ ਪ੍ਰਾਪਤ ਹੁੰਦਾ ਹੈ ਨਾਮ ਗੁਰੂ ਦੇ ਰਾਹੀਂ ਹੀ। ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਹੁਣ ਜਿਹੜਾ ਗੁਰਮੁਖ ਨਹੀਂ ਬਣਿਆ, ਕਿ ਉਹਨੂੰ ਨਾਮ ਨਹੀਂ, ਨਾਮ ਉਹਦੇ ਕੋਲ ਵੀ ਹੈ। ਕਿਣਕਾ ਮਾਤਰ ਨਾਮ ਤਾਂ ਸਵਾਸ ਸਾਨੂੰ ਮਿਲ ਰਹੇ ਨਾ, ਨਾਮ ਤੇ ਉਹਦੇ ਕੋਲ ਵੀ ਹੈ, ਪਰ ਉਹ ਮਨਮੁਖ ਹੈ, ਕਿਉਂਕਿ ਉਹਦਾ ਧਿਆਨ ਗੁਰੂ ਵੱਲ ਨਹੀਂ ਲੱਗਾ। ਉਹ ਬਹੁਤ ਕੁਝ ਪੜ੍ਹਦਾ ਲਿਖਦਾ ਹੋਏਗਾ, ਬਹੁਤ ਜਾਣਕਾਰ ਹੋਏਗਾ, ਸੁੰਦਰ ਸਰੂਪ ਹੋਏਗਾ, ਅਮੀਰ ਹੋਏਗਾ, ਸਭ ਕੁਝ ਹੋਏਗਾ। ਮਨਮੁਖ ਵਾਸਤੇ ਕੋਈ ਪਰਿਭਾਸ਼ਾ ਸੰਸਾਰ ਦੀ ਢੁਕਦੀ ਨਹੀਂ ਹੈ ਕਿ ਦੇਖੋ ਜੀ ਉਹਦਾ ਕਰਤੱਵ ਕੈਸਾ। ਨਹੀਂ ਹੋ ਸਕਦਾ ਸਾਡੇ ਤੋਂ ਜ਼ਿਆਦਾ ਚੰਗਾ ਸੋਹਣਾ ਬੋਲਦਾ ਹੋਵੇ, ਸਾਡੇ ਤੋਂ ਜ਼ਿਆਦਾ ਚੰਗਾ ਵਧੀਆ ਸਰੋਤਾ ਹੋਵੇ, ਸਭ ਕੁਝ ਹੋ ਸਕਦਾ ਹੈ, ਪਰ ਕਰਤਾ ਮਨ ਦੀ ਮਰਜ਼ੀ ਹੈ। ਉਹ ਹਰ ਕੰਮ ਆਪਣੇ ਮਨ ਦੀ ਮਰਜ਼ੀ ਮੁਤਾਬਕ ਹੀ ਕਰਦਾ ਹੈ। ਉਹ ਘਾਟਾ ਨਫਾ ਸੋਚ ਕੇ ਕਰਦਾ ਹੈ। ਇਹਨੂੰ ਫਤਿਹ ਬੁਲਾਣੀ ਹੈ, ਇਹਨੂੰ ਫਤਿਹ ਨਹੀਂ ਬੁਲਾਣੀ, ਇਹਨੂੰ ਅੱਗੇ ਲਿਓ ਕੇ ਆਉਣਾ, ਇਹਨੂੰ ਨਹੀਂ ਲੈ ਕੇ ਆਉਣਾ। ਉਹ ਆਪਣੇ ਮਨ ਦੇ ਮੁਤਾਬਕ ਵਿਉਂਤਬੰਦੀ ਮਨ ਦੀ ਕਰਦਾ ਹੈ। ਸਿੱਖ ਅਤੇ ਗੁਰਮੁਖ ਅਤੇ ਮਨਮੁਖ 'ਚ ਇਹ ਭੇਤ ਹੈ ਕਿ ਜੋ ਗੁਰਮੁਖ ਅਵਸਥਾ ਦੇ ਵਿੱਚ ਹੈ ਉਹ ਵਿਉਂਤਬੰਦੀ ਉਹ ਵੀ ਕਰਦਾ ਹੈ, ਪਰ ਉਹ ਵਿਉਂਤਬੰਦੀ ਗੁਰੂ ਦੇ ਮੁਤਾਬਕ ਕਰਦਾ ਹੈ। ਉਹ ਆਪਣੇ ਆਪ ਨੂੰ ਕੱਢ ਕੇ ਗੁਰਮੁਖਤਾ ਨੂੰ ਅੱਗੇ ਰੱਖ ਕੇ ਵਿਉਂਤਬੰਦੀ ਕਰਦਾ ਹੈ। ਅਤੇ ਮਨਮੁਖ
ਵਿਉਂਤਬੰਦੀ ਕਰਦਾ, ਪਲੈਨਿੰਗ ਕਰਦਾ ਹੈ, ਪਰ ਆਪਣੇ ਆਪ ਨੂੰ ਸੇਫ ਰੱਖਦਾ ਹੈ। ਉਹ ਸਾਰਾ ਫੋਕਸ, ਸਾਰਾ ਕ੍ਰੈਡਿਟ ਆਪਣੇ 'ਚ ਲੈ ਕੇ ਚਲਾ ਜਾਂਦਾ ਹੈ। ਬਸ ਇਹੀ ਫਾਇਦਾ। ਅਤੇ ਨਤੀਜਾ ਕੀ ਨਿਕਲਦਾ ਅਲਟੀਮੇਟ? ਮਨਮੁਖ ਘਰ ਹੋਣ ਦੀ ਵੱਥ ਨਾ ਜਾਣਨੀ। ਉਹ ਨਾਮ ਜੋ ਜਨਮ ਦੇ ਨਾਲ ਸੁੱਤੇ ਸਿੱਧ ਸਾਨੂੰ ਸਭ ਨੂੰ ਮਿਲਿਆ ਹੈ ਉਹਦੇ ਕੋਲ ਵੀ, ਪਰ ਉਸ ਨੂੰ ਜਾਣ ਹੀ ਨਹੀਂ ਪਾਉਂਦਾ, ਉਸ ਨੂੰ ਸਮਝ ਹੀ ਨਹੀਂ ਸਕਦਾ। ਅਤੇ ਕਰਦਾ ਕੀ ਹੈ? ਮਹਾਰਾਜ ਨੇ ਸ਼ਬਦ ਉੱਤੇ ਅੰਧੇ ਭੌਂਕ ਮੂਏ, ਅੰਧਾ ਭੌਂਕਦਾ ਰਹਿੰਦਾ ਹੈ। ਬਸ ਭੌਂਕਦਾ ਰਹਿੰਦਾ, ਬੋਲਦਾ ਰਹਿੰਦਾ। ਇਸ ਨੂੰ ਦਾਰਸ਼ਨਿਕ ਤਰੀਕੇ ਨਾਲ ਸਮਝਣਾ ਹੋਵੇ ਨਾ, ਆਮ ਘਰਾਂ 'ਚ ਅਸਾਂ ਨੇ ਕੂਕਰ ਪਾਲੇ ਹੁੰਦੇ ਨੇ, ਗਲੀਆਂ ਦੇ ਵਿੱਚ ਫਿਰਦੇ ਨੇ। ਬਹੁਤੇ ਕੂਕਰ ਕਿਸੇ ਨੂੰ ਵੇਖ ਕੇ ਭੌਂਕਦੇ ਨੇ। ਕਿਸ ਦਾ ਅਹਿਸਾਸ ਹੁੰਦਾ, ਦੇਖਦਾ ਅਤੇ ਭੌਂਕਦਾ, ਉਸ ਵੱਲ ਮੂੰਹ ਕਰਕੇ ਭੌਂਕਦਾ, ਉਹਦੇ ਮਗਰ ਦੌੜਦਾ। ਠੀਕ ਹੈ, ਉਹਨੂੰ ਵੱਢ ਖਾਏਗਾ, ਗਲ ਪੈ ਜਾਏਗਾ, ਉਹਦੇ ਅਲੱਗ ਅਵਸਥਾ ਹੈ। ਪਰ ਕਲਪਨਾ ਕਰੋ ਕੂਕਰ ਅੰਧਾ ਹੋਵੇ, ਹੈ ਵੀ ਕੂਕਰ ਪਰ ਅੰਧਾ ਵੀ ਹੈ। ਉਹਨੂੰ ਅਹਿਸਾਸ ਮਿਲ ਗਿਆ ਵੀ ਹਾਂ ਮੇਰੇ ਆਲੇ ਦੁਆਲੇ ਕੋਈ ਹੈ, ਭੌਂਕੇਗਾ, ਪਰ ਜਾਏਗਾ ਕਿੱਧਰ? ਕਿਉਂਕਿ ਅੰਧਾ ਹੈ। ਇੱਧਰ ਟੱਕਰ ਮਾਰੇਗਾ, ਇੱਧਰ ਟੱਕਰ ਮਾਰੇਗਾ, ਇੱਧਰ ਟੱਕਰ ਮਾਰੇਗਾ, ਸਾਰਾ ਭੌਂਕਦਾ ਰਹੇਗਾ, ਟੱਕਰਾਂ ਮਾਰਦਾ ਰਹੇਗਾ, ਕੁਛ ਕਰਤੇ ਨਹੀਂ ਪਏਗਾ। ਜੋ ਕੂਕਰ ਦਾ ਕਰਤੱਵ ਹੈ, ਠੀਕ ਹੈ, ਆਪਣੇ ਮਾਲਕ ਦੀ ਵਫਾਦਾਰੀ ਕਰਨਾ, ਠੀਕ ਹੈ, ਕੂਕਰ ਦਾ ਕਰਤੱਵ ਹੈ। ਕੂਕਰ ਦਾ ਕਰਤੱਵ ਹੈ ਗਲੀ 'ਚ ਕੋਈ ਉੱਪਰ ਆ ਗਿਆ ਅਤੇ ਭੌਂਕਣਾ, ਇਹ ਕੂਕਰ ਦਾ ਕਰਤੱਵ ਹੈ। ਹੁਣ ਅੰਧਾ ਕੂਕਰ ਕੀ ਕਰੇਗਾ? ਸਾਰਾ ਦਿਨ ਟੌਂ ਤੇ ਕਰੇਗਾ, ਪਰ ਨਾ ਉਹਨੂੰ ਕੁਛ ਦਿਸੇਗਾ ਅਤੇ ਨਾ ਕੁਛ ਆਪਣੇ ਮਾਲਕ ਦਾ ਹੱਕ ਅਦਾ ਕਰ ਪਾਏਗਾ। ਇੱਦਾਂ ਟੱਕਰਾਂ ਮਾਰ ਮਾਰ ਕੇ ਮਰ ਜਾਏਗਾ। ਥੋੜ੍ਹਾ ਜਿਹਾ ਸੁੰਦਰ ਉਦਾਹਰਣ ਅਸੀਂ ਪੜ੍ਹ ਲੈਂਦੇ ਹਾਂ ਕਿ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਦੀ ਸੁਗੰਧ ਹੁੰਦੀ ਹੈ, ਕਿਉਂਕਿ ਕਸਤੂਰੀ ਹਿਰਨ ਦੀ ਨਾਭੀ 'ਚ ਹੁੰਦੀ ਹੈ, ਸੁਗੰਧ ਆਉਂਦੀ ਹੈ, ਪਰ ਉਸਨੂੰ ਪਤਾ ਨਹੀਂ ਲੱਗਦਾ। ਜਦੋਂ ਹਵਾ ਦੇ ਮੁੱਖ ਮੰਡਲ 'ਚ ਉਹਨੂੰ ਆਪਣੇ ਸਰੀਰ ਤੋਂ ਸੁਗੰਧ ਮਿਲਦੀ ਹੈ ਅਤੇ ਸੁਗੰਧ ਤਾਂ ਉਹਨੂੰ ਚੰਗੀ ਲੱਗਦੀ ਹੈ, ਪਰ ਹਵਾ ਦੇ ਸਹਾਰੇ ਵਾਸਤੇ ਜਿੱਧਰ ਨੂੰ ਸੁਗੰਧ ਆਉਂਦੀ ਉੱਧਰ ਨੂੰ ਤੁਰਿਆ ਜਾਂਦਾ ਹੈ, ਅਤੇ ਤੁਰਦਾ ਤੁਰਦਾ ਆਪੇ ਝਾੜੀਆਂ ਫਸ ਜਾਂਦਾ ਹੈ, ਬੈਠ ਹੀ ਨਹੀਂ ਸਕਦਾ। ਸਿਆਣੇ ਕਹਿੰਦੇ ਨੇ ਜੇ ਕਿਤੇ ਉਹ ਹਿਰਨ ਜਿਹਦੀ ਨਾਭ ਵਿੱਚ ਕਸਤੂਰੀ ਹੈ ਕੁੰਡਲੀ ਮਾਰ ਕੇ ਬੈਠਦੇ, ਜਿਨ੍ਹਾਂ ਨੇ ਪਸ਼ੂਆਂ ਨੂੰ, ਬੱਕਰੀਆਂ ਆਦਿਕ ਨੂੰ ਬੈਠਿਆਂ ਦੇਖਿਆ ਹੋਏਗਾ ਨਾ, ਉਹਨੂੰ ਪਤਾ ਹੈਗਾ ਕਿ ਹਿਰਨ ਜਦੋਂ ਆਪਣੇ ਆਨੰਦ ਵਿੱਚ ਬੈਠੇ ਸੌਂਦੇ ਨੇ, ਇਹਨਾਂ ਦੀ ਗਰਦਨ ਘੁੰਮ ਕੇ ਆਪਣੀ ਨਾਭੀ ਤੱਕ ਆ ਸਕਦੀ ਹੈ। ਇਹਦੀ ਨਾਸਿਕਾ ਜੋ ਹੁੰਦੀ, ਨੱਕ ਨਾਭੀ 'ਤੇ ਆ ਜਾਂਦਾ ਹੈ। ਅਤੇ ਜੇ ਕਿਤੇ ਇਸ ਤਰ੍ਹਾਂ ਬੈਠ ਜਾਏ, ਤੈਨੂੰ ਪਤਾ ਲੱਗੇਗਾ ਵੀ ਇਹ ਸੁਗੰਧ ਜੋ ਇਤਨੀ ਆ ਰਹੀ ਤਾਂ ਮੇਰੀ ਨਾਭੀ ਤੋਂ ਆ ਰਹੀ ਹੈ। ਫਿਰ ਉਹ ਕਦੇ ਉੱਠੇਗਾ ਹੀ ਨਹੀਂ, ਭਟਕੇਗਾ ਹੀ ਨਹੀਂ, ਪਰ ਅਫਸੋਸ ਉਹ ਬੈਠਦਾ ਹੀ ਨਹੀਂ, ਕਿਉਂਕਿ ਉਹਦੇ ਅੰਦਰ ਉਸ ਕਸਤੂਰੀ ਦੀ ਉਤੇਜਨਾ ਹੁੰਦੀ ਹੈ। ਉਹਦੀ ਬਲ ਕਰਕੇ ਉਹ ਮੈਂਟਲੀ ਪਾਗਲ ਹੋਇਆ ਰਹਿੰਦੇ, ਉਤੇਜਿਤ ਹੋਇਆ, ਜਿਵੇਂ ਗਿੱਦੜ ਸਿੰਘੀ ਵਾਲਾ ਗਿੱਦੜ ਵੀ ਪਾਗਲ ਹੋਇਆ ਰਹਿੰਦਾ ਹੈ, ਅਤੇ ਤਰ੍ਹਾਂ ਇਵੇਂ ਕਸਤੂਰੀ ਵਾਲਾ ਹਿਰਨ ਵੀ ਬੇਚੈਨ ਹੋਇਆ, ਕਿਉਂਕਿ ਉਤੇਜਿਤ ਹੈ, ਟਿਕਦੇ ਹੀ ਨਹੀਂ। ਨਤੀਜਨ ਮੌਤ ਸਹਾਰਦੇ ਨੇ, ਮਰਦੇ ਨੇ ਤੜਪ ਤੜਪ ਕੇ। ਕਸਤੂਰੀ ਵਾਲੇ ਹਿਰਨਾਂ ਨੂੰ ਵੇਖਿਆ ਜਿਨ੍ਹਾਂ ਨੇ ਸ਼ਿਕਾਰੀਆਂ ਨੇ ਇਹ ਜੀਵਨ ਦੇਖੇ, ਉਹਨਾਂ ਦੇ ਸਿੰਘ ਜਦੋਂ ਝਾੜੀਆਂ 'ਚ ਫਸ ਜਾਂਦੇ ਨੇ, ਫਿਰ ਫਸਿਆ ਹੋਇਆ ਨਾ ਛੁੱਟ ਪਾਉਂਦਾ, ਭੁੱਖ ਪਿਆਸ ਨਾਲ ਤੜਫ ਤੜਫ ਕੇ ਮਰਦਾ ਹੈ। ਐਸੇ ਮਨਮੁਖ ਜੀ ਪ੍ਰਭੂ ਦੇ ਨਾਮ ਤੋਂ ਸਖਣੇ ਹੋ ਜਾਂਦੇ ਨੇ, ਫਿਰ ਤੜਫ ਤੜਫ ਕੇ ਮਰਦੇ ਨੇ। ਮਹਾਰਾਜ ਕੀ ਲਿਖੇ, ਮਨਮੁਖ ਘਰ ਹੋਣ ਦੀ ਵੱਥ ਨਾ ਜਾਣੇ। ਮਨਮੁਖ ਨੂੰ ਪਤਾ ਹੀ ਲੱਗਦਾ ਵੀ ਆਹ ਜੋ ਨਾਮ ਦੀ ਦਾਤ, ਜਿਸ ਦੇ ਸਦਕੇ ਸੰਸਾਰ 'ਚ ਸੁੱਖ ਹੈ, ਜਿਸ ਦੇ ਸਦਕੇ ਸੰਸਾਰ 'ਚ ਆਨੰਦ ਹੈ, ਉਸ ਦਾ ਉੱਥੇ ਆਨੰਦ ਹੈ, ਉਹਦੇ 'ਚ ਆਨੰਦ ਹੈ, ਉੱਥੇ ਆਨੰਦ ਹੈ, ਉੱਥੇ ਆਨੰਦ ਹੈ। ਉਹ ਭਟਕਦਾ ਹੈ, ਇੱਥੋਂ ਆਨੰਦ ਮਿਲੇਗਾ, ਉੱਥੋਂ ਆਨੰਦ ਮਿਲੇਗਾ। ਆ ਬੜਾ ਪਿਆਰਾ ਬੱਚਾ ਨਾ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿਬੋ ਕੋਏ। ਜਿਵੇਂ ਕਿਸੇ ਨੂੰ ਦੱਸਤਾ ਭਾਈ ਪਾਣੀਆਂ 'ਚ ਮੋਤੀ ਹੁੰਦੇ ਨੇ, ਠੀਕ ਹੈ ਜੀ, ਪਾਣੀਆਂ 'ਚ ਮੋਤੀ ਹੁੰਦੇ ਨਾ, ਅਤੇ ਜਿਹਨੂੰ ਮੇਰੇ ਵਰਗੇ ਨੂੰ ਪਤਾ ਲੱਗਿਆ ਪਾਣੀ 'ਚ ਹੈ, ਉਹ ਘਰ ਦੇ ਬਾਹਰ ਕੋਈ ਛੱਪੜੀ ਚੜਾ ਸੀ, ਉਹ 'ਚ ਹੱਥ ਮਾਰਨ ਲੱਗ ਪਿਆ, 'ਚ ਪਾਣੀ 'ਚ ਮੋਤੀ ਮਿਲੇਗਾ। ਸਾਰੀ ਉਮਰ ਇਹੋ ਜਿਹੀਆਂ ਛੱਪੜੀਆਂ 'ਚ ਹੱਥ ਕੋਈ ਮਾਰਦਾ ਰਹੇਗਾ, ਪਰ ਮੋਤੀ ਨਹੀਂ ਮਿਲੇਗਾ। ਮੋਤੀ ਵਾਸਤੇ ਸਾਗਰ 'ਤੇ ਪਹੁੰਚ ਬਣਾਉਣੀ ਪਏਗੀ। ਇਸੇ ਤਰ੍ਹਾਂ ਸਾਡੇ ਵਰਗੇ ਸੰਸਾਰ ਦੇ ਜੀ ਪਤਾ ਲੱਗਦਾ ਇਹ ਆਨੰਦ ਹੈ, ਇੱਥੋਂ ਆਨੰਦ ਮਿਲੇਗਾ, ਇੱਥੇ ਆਨੰਦ ਮਿਲੇਗਾ, ਆਹ ਖਾ ਲਈ ਆਨੰਦ ਮਿਲੇਗਾ, ਆਹ ਹੰਡਾ ਲਈ ਆਨੰਦ ਮਿਲੇਗਾ, ਐਸ਼ ਕਰ ਲਈ ਆਨੰਦ ਮਿਲੇਗਾ। ਆਨੰਦ ਮਾਣਦੇ ਮਾਣਦੇ ਆਨੰਦ, ਖਾਣ ਪੀਣ ਦੇ ਆਨੰਦ, ਨਾਦ ਵਿਨੋਦ ਕੋਡ, ਇਹ ਕਰੋੜ ਦਾ ਮਤਲਬ ਕਰੋੜਾਂ ਆਨੰਦ, ਕਰੋੜਾਂ ਤਰੀਕੇ ਦੇ ਨਾਲ ਭੁਗਤਾਨ ਕਰਦਾ ਹੈ, ਆਨੰਦ ਮਿਲੇਗਾ, ਪਰ ਅਲਟੀਮੇਟ ਆਨੰਦ ਨਹੀਂ ਮਿਲਦਾ। ਅਖੀਰ ਕਹਿੰਦਾ ਸਾਰੀ ਜ਼ਿੰਦਗੀ ਗਵਾ ਬੈਠੇ, ਆਨੰਦ ਤਾਂ ਮਿਲੇ ਕੋਈ ਨਹੀਂ, ਤਸੱਲੀ ਤਾਂ ਮਿਲੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਉਹ ਅੰਧਾ ਕੂਕਰ
ਭੌਂਕ ਭੌਂਕ ਕੇ ਪਟਕ ਪਟਕ ਕੇ ਤੜਪ ਕੇ ਮਰ ਜਾਂਦਾ ਹੈ, ਇਹਦੇ ਪੱਲੇ ਕੁਛ ਨਹੀਂ ਪੈਂਦਾ। ਮਹਾਰਾਜ ਫਿਰ ਜਿਨ੍ਹਾਂ ਦੇ ਨਾਮ ਪੱਲੇ ਹੁੰਦਾ ਹੈ, ਜਿਨ੍ਹਾਂ ਦੇ ਪੱਲੇ ਨਾਮ, ਜਿਨ੍ਹਾਂ ਨੂੰ ਨਾਮ ਨਿਰੰਜਨ ਜੋਤ ਦਾ ਕੁਛ ਅਹਿਸਾਸ ਝਲਕ ਹੁੰਦੀ ਹੈ, ਉਹਨਾਂ ਦੇ ਬਾਬਤ ਵੀ ਕੁਛ ਪਤਾ ਲੱਗੇ। ਮਹਾਰਾਜ ਕਹਿਣ ਲੱਗੇ, ਸੁਣ ਫਿਰ ਮਹੱਲਾ ਤੀਜਾ। ਕੰਚਨ ਕਾਇਆ ਨਿਰਮਲੀ। ਕੰਚਨ ਕਹਿੰਦੇ ਨੇ ਸੋਨੇ ਨੂੰ, ਕਾਇਆ ਸਰੀਰ। ਯਾਦ ਰੱਖਣਾ, ਸਰੀਰ ਕਦੇ ਵੀ ਕਿਸੇ ਦਾ ਸੋਨੇ ਦਾ ਨਹੀਂ ਹੋ ਸਕਦਾ। ਇਹ ਮੁਹਾਵਰੇ ਕਰਕੇ ਵਰਤੇ ਜਾਂਦੇ, ਇਹ ਫਿਲਾਸਫੀਕਲ ਪੱਖ ਹੈ। ਕਿਸੇ ਵੀ ਜੀਵ ਦਾ ਸਰੀਰ ਸੋਨੇ ਦਾ ਨਹੀਂ ਹੋ ਸਕਦਾ, ਪਰ ਸੋਨੇ ਵਰਗਾ ਹੋ ਸਕਦਾ ਹੈ। ਸੋਨੇ ਵਰਗਾ ਮਤਲਬ ਪਵਿੱਤਰ, ਸ਼ੁੱਧ। ਸੋਨਾ ਪਵਿੱਤਰ ਮੰਨਿਆ ਜਾਂਦਾ ਹੈ, ਸ਼ੁੱਧ ਮੰਨਿਆ ਜਾਂਦਾ ਹੈ। ਕਿਸੇ ਦਾ ਸਰੀਰ ਪਾਪ ਤੋਂ ਰਹਿਤ ਹੈ, ਸ਼ੁੱਧ ਹੋਏਗਾ। ਕੰਚਨ ਕਾਇਆ ਨਿਰਮਲੀ। ਕਿਹਨਾਂ ਦਾ ਸਰੀਰ ਸੋਨੇ ਵਰਗਾ ਹੈ, ਕਿਹਨਾਂ ਦਾ ਸਰੀਰ ਸ਼ੁੱਧ ਹੈ। ਅਸੀਂ ਸੋਚਦੇ ਹਾਂ ਅਸੀਂ ਇਸ਼ਨਾਨ ਪਾਨ ਕੀਤਾ ਤੇ ਸ਼ੁੱਧ ਹੋ ਗਏ। ਅਸੀਂ ਤਮਾਮ ਆਪਣੇ ਆਪ ਨੂੰ ਦੁਨੀਆ ਦੇ ਵਿਕਾਰ ਵਿਚਾਰਾਂ ਤੋਂ ਪਰਾਂ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਹਾਂ। ਅਤੇ ਦੇਖੋ ਜੀ, ਅਸ਼ੁੱਧਤਾ ਜਾਂ ਅਸ਼ੁੱਧਤਾ, ਅਸ਼ੁੱਧੀ ਅਤੇ ਅਸ਼ੁੱਧੀ, ਅਸੀਂ ਸਰੀਰ ਦੀ ਤਮਾਮ ਅਲੱਗ-ਅਲੱਗ ਅਵਸਥਾਵਾਂ 'ਤੇ ਮਨੌਤਾਂ ਬਣਾਈਆਂ ਨੇ। ਮਹਾਰਾਜ ਕਹਿੰਦੇ ਕਿ ਸਭ ਤੁਹਾਡੀਆਂ ਮਨੌਤਾਂ ਹੋਣਗੀਆਂ, ਗੁਰੂ ਨਾਨਕ ਦੇ ਘਰ ਇਹਨਾਂ ਮਨੌਤਾਂ ਦੇ ਕੋਈ ਥਾਂ ਨਹੀਂ ਗਾ। ਮਹਾਰਾਜ ਫਿਰ ਸਰੀਰ ਸ਼ੁੱਧ ਕਿਵੇਂ ਹੁੰਦਾ ਹੈ? ਮਹਾਰਾਜ ਕਹਿਣ ਲੱਗੇ, ਜੋ ਸੱਚ ਨਾਮ ਸੱਚ ਲਾਗੀ, ਉਹ ਕਾਇਆ ਕੰਚਨ ਹੈ ਜੋ ਸੱਚੇ ਨਾਮ ਦੇ ਵਿੱਚ ਜੁੜ ਗਈ। ਹੁਣ ਨਾ ਜੋ ਸਰੀਰ ਤੇ ਜੁੜਦਾ ਨਹੀਂ ਨਾ, ਸਰੀਰ ਤੇ ਆਪਾਂ ਇੱਥੇ ਬੈਠੇ ਕਿੱਦਾਂ ਜੁੜ ਪਾਵਾਂਗੇ? ਸਾਡੇ ਕੋਲ ਕੋਈ ਫਿਲਾਸਫੀਕਲ, ਕੋਈ ਫਿਜ਼ੀਕਲ ਪੱਖ ਹੀ ਨਹੀਂ ਗਾ। ਨਹੀਂ, ਸਰੀਰ ਦੇ ਵਿੱਚ ਰਹਿੰਦੇ ਆ ਜਦੋਂ ਕਿਸੇ ਦੀ ਸੁਰਤ ਸੱਚ ਨਾਮ ਨਾਲ ਜੁੜ ਜਾਂਦੀ ਹੈ ਅਤੇ ਉਹ ਸਰੀਰ ਕੰਚਨ ਵਰਗਾ ਹੋ ਜਾਂਦਾ ਹੈ। ਉਹ ਸਰੀਰ ਪੂਜੇ ਜਾਂਦੇ ਰਹੇ ਨੇ। ਗੁਰੂ ਸਾਹਿਬ ਦਾ ਸਰੀਰ ਕਿਉਂ ਪੂਜਿਆ ਜਾਂਦਾ ਹੈ? ਲਹਿਣਾ ਜੀ ਦੇ ਸਰੀਰ ਕਰਕੇ ਕੋਈ ਨਹੀਂ ਪੂਜਦਾ, ਪਰ ਜਦੋਂ ਲਹਿਣਾ ਜੀ ਦੀ ਸੁਰਤ ਸ਼ੁੱਧਤਾ ਨੂੰ ਪ੍ਰਾਪਤ ਕਰਦੀ, ਗੁਰੂ ਨਾਨਕ ਜੀ ਦੇ ਸਰੂਪ ਨੂੰ ਧਾਰਨ ਕਰ ਲੈਂਦੀ ਹੈ, ਉਸ ਦਿਨ ਤੋਂ ਬਾਅਦ ਲਹਿਣਾ ਜੀ ਨੂੰ ਮੱਥਾ ਟੇਕ ਕੇ ਉਹਨਾਂ ਤੋਂ ਵਡੇਰੇ, ਉਮਰ 'ਚ ਵਡੇਰੇ, ਤਜਰਬੇ 'ਚ ਵਡੇਰੇ, ਅਨੁਭਵ 'ਚ ਵਡੇਰੇ ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਮਨਸੁਖ ਜੀ ਵਰਗੇ, ਭਾਈ ਭਗੀਰਥ ਵਰਗੇ ਬਾਬਾ ਲਹਿਣਾ ਜੀ ਨੂੰ ਮੱਥਾ ਟੇਕਦੇ ਨੇ। ਜਦ ਕਿ ਸਾਰੇ ਹੀ ਬਾਬਾ ਲਹਿਣੇ ਤੋਂ ਉਮਰ ਕਰਕੇ ਵਡੇਰੇ ਨੇ, ਗੁਰੂ ਨਾਨਕ ਪਾਤਸ਼ਾਹ ਸਾਹਿਬ ਦੇ ਪੁਰਾਣੇ ਸਾਥੀ ਨੇ। ਮਰਦਾਨਾ ਜੀ ਤੇ ਪਹਿਲੇ ਸਾਥੀਆਂ 'ਚੋਂ ਨੇ, ਉਹ ਵੀ ਮੱਥਾ ਟੇਕ ਦਿੰਦੇ ਨੇ। ਬਾਲਾ ਜੀ ਦੇ ਪੁਰਾਣੇ ਸਾਥੀ 'ਚ ਵੀ ਮੱਥਾ ਟੇਕ ਦਿੰਦੇ ਨੇ। ਭਗੀਰਥ ਸਭ ਤੋਂ ਬਾਹਰਲੇ ਸਿੱਖਾਂ 'ਚੋਂ ਸਭ ਤੋਂ ਪਹਿਲਾਂ ਭਗੀਰਥ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਹੱਟੀ 'ਤੇ ਮਿਲਦਾ ਹੈ, ਮੋਦੀ ਖਾਨ ਦੇ ਮੁਕਾਮ 'ਤੇ, ਉਹ ਵੀ ਆ ਕੇ ਲਹਿਣਾ ਜੀ ਨੂੰ ਮੱਥਾ ਟੇਕ ਦਿੰਦੇ। ਬਜ਼ੁਰਗ ਨੇ ਉਸ ਵਕਤ ਭਾਈ ਭਗੀਰਥ, ਕਿਉਂ ਟੇਕਦੇ ਨੇ? ਕਿ ਉਸ ਲਹਿਣੇ ਦੇ ਸਰੀਰਕ ਅਤੇ ਉਹਨਾਂ ਦੇ ਸਾਹਮਣੇ ਤੇ ਲਹਿਣਾ ਦੀ ਅੱਧੀ ਉਮਰ ਹੈ। ਨਹੀਂ, ਲਹਿਣਾ ਦੇ ਸਰੀਰ ਨੂੰ ਕੋਈ ਨਹੀਂ ਮੱਥਾ ਟੇਕ ਰਿਹਾ, ਕਿਉਂਕਿ ਹੁਣ ਸਭ ਨੂੰ ਪਤਾ ਹੈ ਕਿ ਹੁਣ ਕੰਚਨ ਹੈ, ਇੱਥੇ ਅੰਦਰ ਨਾਨਕ ਜੋਤ ਹੈ। ਨਾਨਕ ਜੋਤ ਨੂੰ ਮੱਥਾ ਟੇਕਿਆ ਜਾ ਰਿਹਾ। ਕਾਇਆ ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ, ਨਿਰਮਲ ਜੋਤ ਨਿਰੰਜਨ ਪਾਇਆ। ਉਹਨਾਂ ਨੇ ਨਿਰਮਲ ਜੋਤ ਨੂੰ ਪ੍ਰਾਪਤ ਕੀਤਾ, ਨਿਰੰਜਨ ਨੂੰ ਹੀ ਪ੍ਰਾਪਤ ਕਰ ਲਿਆ ਅਤੇ ਅੰਦਰੋਂ ਗੁਰਮੁਖ ਭਰਮ ਭਉ ਭਾਗੀ। ਫਿਰ ਉਹ ਗੁਰਮੁਖ ਅਵਸਥਾ ਦੇ ਸਦਕੇ ਉਹਨਾਂ ਦੇ ਅੰਦਰੋਂ ਭਰਮ ਭਾਉ ਭੈ ਭਟਕਣਾ ਸਭ ਮਿਟ ਚੁੱਕੀ ਹੈ। ਅੱਜ ਇੱਕ ਬੀਬੀ ਦੀ ਸ਼ਹਾਦਤ ਦਾ ਦਰਸ਼ਨ ਹੈ, ਸ਼ਰਨ ਕੌਰ। ਆਪ ਨੂੰ ਪਤਾ ਹੋਏਗਾ ਕਿ ਚਮਕੌਰ ਦੇ ਨੇੜੇ ਉਹਨਾਂ ਦਾ ਪਿੰਡ ਕਿਹਾ ਜਾਂਦਾ ਹੈ। ਪਰ ਪਤਾ, ਦਸ਼ਮੇਸ਼ ਪਾਤਸ਼ਾਹ ਸਾਹਿਬ ਜੀ ਨੇ ਇੱਕ ਵਾਰ ਬੀਬੀ ਨੇ ਸਵਾਲ ਪੁੱਛਿਆ ਸੀ, ਹੇ ਗੁਰਪਿਤਾ, ਜੋਤ ਨਿਰੰਜਨੀ ਦਰਸ਼ਨ ਕੈਸੇ ਹੁੰਦੇ ਨੇ? ਜਿਵੇਂ ਸੋ ਜੋਤ ਸਰੂਪ ਦੀ ਝਲਕ ਕੈਸੀ ਹੁੰਦੀ ਹੈ? ਅਤੇ ਦਸ਼ਮੇਸ਼ ਨੇ ਕਿਹਾ ਸੀ, ਬੇਟਾ ਦੇਖਣੀ ਹੈ। ਕਹਿਣ ਲੱਗੀ ਹਾਂ, ਕਿਉਂਕਿ ਬਹੁਤ ਪੜ੍ਹੀ ਲਿਖੀ, ਰਾਜਨੀਤੀ ਬਹੁਤ ਪੜ੍ਹੀ ਸੀ ਬੇਟੀ, ਔਰ ਇਹ ਆਪਣੇ ਵਕਤ ਦੀ, ਅੱਜ ਕੱਲ੍ਹ ਕਹਿੰਦੇ ਦੁਨੀਆ ਭਰ ਦੀ ਟ੍ਰੇਨਿੰਗਸ ਪ੍ਰਾਪਤ, ਵਕਤ ਦੀ ਜਾਸੂਸ ਰਹੀ ਹੈ। ਵਕਤ ਦੀ ਇੰਨੀ ਟ੍ਰੇਨਿੰਗ, ਜਿਵੇਂ ਅੱਜ ਕੱਲ੍ਹ ਕਿ ਬਹੁਤ ਹਾਈ ਲੈਵਲ ਕਮਾਂਡੋ ਟ੍ਰੇਨਡ ਹੁੰਦੇ ਨੇ, ਇਸ ਪ੍ਰਕਾਰ ਦੀ ਟ੍ਰੇਨਡ ਸੀ ਕੁੜੀ ਹੈ। ਔਰ ਕਾਠਗੜ੍ਹ ਦੇ ਰਾਜੇ ਦੀ ਜਾਸੂਸ ਰਹੀ ਹੈ। ਆ ਕਾਠਗੜ੍ਹ ਜਾਈਏ ਨਾ, ਰੋਪੜ ਤੋਂ ਅੱਗੇ ਤੋਂ ਇਲਾਕਾ ਪੈਂਦਾ। ਦਸ਼ਮੇਸ਼ ਦੇ ਜਾਸੂਸੀ ਕਰਨ ਵਾਸਤੇ ਅਨੰਦਪੁਰ 'ਚ ਨੇ ਪ੍ਰਵੇਸ਼ ਕੀਤਾ ਸੀ, ਪਰ ਅਗਾਂਹ ਦਸ਼ਮੇਸ਼ ਦੀ ਨਿਗਾਹ ਪਈ, ਇਹਦੀ ਜਾਸੂਸੀ ਜੋ ਮਨ ਦੇ ਐਸੀ ਕਲਪਨਾਵਾਂ ਸਨ ਮਿਟ ਗਈਆਂ ਅਤੇ ਸ਼ਰਨ ਪ੍ਰਾਪਤ ਕਰ ਲਈ। ਇਸੇ ਕਰਕੇ ਮਹਾਰਾਜ ਦਾ ਨਾਂ ਸ਼ਰਨ ਕੌਰ ਰੱਖਿਆ ਸੀ।
ਇਹਨੇ ਪੁੱਛੇ ਸੀ, ਮਹਾਰਾਜ ਫਿਰ ਤੁਹਾਡੇ ਆਹ ਸਰੂਪ ਦੇ ਦਰਸ਼ਨ ਤੇ ਕਰਦੇ ਕਰਦੇ ਹਾਂ, ਤੁਹਾਡੇ ਜੋਤ ਸਰੂਪ ਦੇ ਦਰਸ਼ਨ ਕੈਸੇ ਨੇ? ਮਹਾਰਾਜ ਕਹਿਣ ਲੱਗੇ, ਟਿਕ, ਤੈਨੂੰ ਉਹਦੇ ਵੀ ਦਰਸ਼ਨ ਮਿਲਣਗੇ। ਹੌਲੀ ਹੌਲੀ ਅਭਿਆਸ ਕਰਦੇ, ਇੰਨੀ ਨਿਡਰਤਾ, ਕਿਉਂਕਿ ਵਿਦਵਤਾ ਤਾਂ ਹੈ ਸੀ ਇਹਦੇ ਕੋਲ, ਦੁਨਿਆਵੀ ਸ਼ਸਤਰ ਦਾ ਅਭਿਆਸ ਸੀ, ਇੰਨੀ ਨਿਡਰਤਾ ਸੀ ਇਹਦੇ ਕੋਲ, ਠਹਿਰਾਓ ਸੀ, ਜੋ ਅੱਜ ਹੀ ਰਾਤ ਆਪਾਂ ਦਰਸ਼ਨ ਕਰ ਦੇਖਦੇ ਨਾ ਕਿ ਸਾਹਿਬਜ਼ਾਦਿਆਂ ਅਤੇ ਬਾਕੀ ਸਿੰਘਾਂ ਦੇ ਪਵਿੱਤਰ ਸਰੀਰਾਂ ਦੇ ਇਸ ਨੇ ਸੰਸਕਾਰ ਕੀਤੇ ਨੇ। ਦੀਵੇ ਦੀ ਲੋਚ ਸਿਆਣੇ ਕਹਿੰਦੇ ਨੇ, ਇਸ ਨੂੰ ਲੋਥਾਂ ਉਠਾ ਉਠਾ ਕੇ ਸੰਸਕਾਰ ਕੀਤੇ ਨੇ। ਅਤੇ ਫਿਰ ਇਸ ਨੂੰ ਜਦੋਂ ਧਮਕਾਇਆ ਮਾਰਿਆ ਜਾਂਦਾ ਹੈ, ਇਹ ਬੋਲਦੀ ਕੁਝ ਨਹੀਂ, ਅਤੇ ਮੁਗਲ ਸਿਪਾਹੀ ਇਸ ਨੂੰ ਜਿਉਂਦੀ ਨੂੰ ਤੜਪਦੀ ਨੂੰ ਉਸੇ ਚਿਖਾ ਦੇ ਵਿੱਚ ਸਿੱਟ ਦਿੰਦੇ ਨੇ, ਜਿਸ ਚਿਖਾ ਸਾਹਿਬਜ਼ਾਦਿਆਂ ਕੇ ਪਵਿੱਤਰ ਸਰੀਰਾਂ ਦੇ ਸੰਸਕਾਰ ਹੋ ਰਹੇ ਸਨ। ਉੱਥੇ ਹੀ ਇਹ ਸੜਦੀ ਹੈ। ਅਤੇ ਭਾਈ ਵੀਰ ਸਿੰਘ ਸਾਹਿਬ ਦੇ ਛੋਟੇ ਭਰਾ ਨਾ ਡਾਕਟਰ ਬਲਵੀਰ ਸਿੰਘ ਜੀ ਬੜਾ ਇੱਕ ਛੋਟਾ ਫੁੱਟਨੋਟ ਲਿਖਦੇ ਨੇ ਕਿ ਜਦੋਂ ਲਪਟ ਦੀਆਂ ਸੇਕਾਂ ਨੇ ਇਹਦੇ ਤਨ ਨੂੰ ਸਾੜ ਦਿੱਤਾ ਹੋਣਾ ਨਾ, ਉਦੋਂ ਕੰਚਨ ਜੋਤ ਨੇ ਸ਼ਾਇਦ ਜੋਤ ਸਰੂਪ ਦੀ ਝਲਕ ਸਾਹਿਬਜ਼ਾਦੇ ਦੇ ਨਾਲ ਹੀ ਜੋਤ ਪ੍ਰਾਪਤ ਕੀਤੀ ਹੋਣੀ ਆ। ਅੱਜ ਸ਼ਾਮ ਨੂੰ ਬੈਠ ਕੇ ਫਿਰ ਅਗਲੇ ਦਰਸ਼ਨ ਕਰਾਂਗੇ ਕਿ ਜਿਨ੍ਹਾਂ ਨੇ ਜੋਤ ਸਰੂਪ ਮਿਲਦੀ ਹੈ, ਫਿਰ ਉਹੀ ਇਹੋ ਜਿਹੀਆਂ ਅਵਸਥਾਵਾਂ 'ਤੇ ਪਹੁੰਚਦੇ ਨੇ। ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ, ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਬ੍ਰਹਮ ਭਾਉ ਭਾਗੇ, ਨਾਨਕ ਗੁਰਮੁਖ ਸਦਾ ਸੁਖ ਪਾਵਹਿ, ਅਨ ਦਿਨ ਹਰ ਬੈਰਾਗੀ। ਉਹ ਸਦਾ ਦਾ ਸੁਖ ਪ੍ਰਾਪਤ ਕਰ ਲੈਂਦੇ ਨੇ, ਉਹ ਦੁਖੀ ਨਹੀਂ ਹੁੰਦੇ। ਉਹਨਾਂ ਨੂੰ ਨੇਜਿਆਂ ਦੀ ਚੋਭਾ ਮਾਰੀਆਂ ਜਾਂਦੀਆਂ ਨੇ, ਉਠਾ ਕੇ ਅੱਗ ਵਿੱਚ ਸਿੱਟ ਦਿੱਤਾ ਜਾਂਦਾ ਹੈ, ਜਿਉਂਦੀ ਤੜਫਦੀ ਨੂੰ ਸ਼ਹੀਦ ਕਰਤਾ ਜਾਂਦਾ ਹੈ, ਪਰ ਉਹ ਦੁਖੀ ਨਹੀਂ ਹੁੰਦੀ। ਦੁਖੀ ਹੁੰਦੀ ਤੇ ਹਾਏ ਤੋਬਾ ਕਰਕੇ ਜਾਨ ਬਚਾਉਣ ਵਾਸਤੇ ਕੋਈ ਤਰਲਾ ਨਾ ਕਰਦੀ, ਪਰ ਚੁੱਪ ਬੈਠੀ ਹੋਈ ਹੈ ਉਸ ਜੋਤ ਨਿਰੰਜਨ ਨਿਰਮਲ ਕੰਚਨ ਸਰੂਪ ਦੇ ਵਿੱਚ। ਗੁਰਦੇਵ ਕਿਰਪਾ ਕਰਨ ਅਸੀਂ ਸਮਝ ਸਕੀਏ ਅੱਜ ਇਹਨਾਂ ਦੀ ਸ਼ਹਾਦਤਾਂ ਦਾ ਦਿਨ ਹੈ। ਭੁੱਲ ਚੁੱਕ ਦੇ ਖਿਮਾ, ਆਸੀਸ ਤੇ ਪਿਆਰ ਦਿਨ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।